बहुत ही ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਸਾਰੇ ਜਾਣਦੇ ਹੋ, ਪਿਛਲੇ ਕੁਝ ਦਿਨਾਂ ਤੋਂ ਇੱਕ ਨਾਮ ਸੋਸ਼ਲ ਮੀਡੀਆ ਦੇ ਰਾਹੀਂ ਹਰ ਜ਼ੁਬਾਨ ਦੇ ਉੱਪਰ ਹੈ, ਉਹ ਹੈ ਪੈਗਾਸਸ। ਅਕਸਰ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਜਾਂ ਫਿਰ ਚੈਨਲਸ ਦੇ ਉੱਪਰ ਇਹ ਨਾਮ ਤਕਰੀਬਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਰਚਾ ਦੇ ਵਿੱਚ ਹੈ। ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਚਰਚਾ ਉਸ ਵੇਲੇ ਇਸ ਦੇ ਨਾਮ ਉੱਪਰ ਵਧੇਰੇ ਕੇਂਦਰਿਤ ਹੋ ਗਈ ਜਦੋਂ ਕਿ ਪੰਜਾਬ ਦੇ ਦੋ ਅਹਿਮ ਵਿਅਕਤੀਆਂ ਦਾ ਨਾਮ ਇਸ ਮੁੱਦੇ ਦੇ ਨਾਲ ਜੁੜ ਗਿਆ। ਉਹ ਨੇ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਤੇ ਸੋਸ਼ਲ ਮੀਡੀਆ ਦੇ ਇੱਕ ਵੈਬ ਚੈਨਲ ਆਪਣਾ ਸਾਂਝਾ ਪੰਜਾਬ ਦੇ ਪੱਤਰਕਾਰ ਸਰਦਾਰ ਭੁਪਿੰਦਰ ਸਿੰਘ ਸੱਜਣ। ਜਦੋਂ ਪੰਜਾਬ ਤੋਂ ਇਹਨਾਂ ਦੋ ਪੱਤਰਕਾਰਾਂ ਦੇ ਨਾਮ ਸਾਹਮਣੇ ਆਏ ਤਾਂ ਉਸ ਵੇਲੇ ਕਿਤੇ ਨਾ ਕਿਤੇ ਹਰ ਪੰਜਾਬੀ ਜਾਂ ਹਰ ਸਿੱਖ ਦੀ ਮਾਨਸਿਕਤਾ ਦੇ ਵਿੱਚ ਤਾਂ ਜ਼ਰੂਰ ਇਸ ਚਿੰਤਨ ਨੇ ਜਨਮ ਲਿਆ ਕਿ ਸਮਝਣਾ ਚਾਹੀਦਾ ਹੈ ਇਹ ਹੈ ਕੀ। ਸੋ ਪੈਗਾਸਸ ਕੀ ਹੈ, ਇਸ ਦੇ ਪਿੱਛੇ NSO ਕਿਵੇਂ ਹੈ, ਜੇ ਉਸ ਤੋਂ ਪਿੱਛੇ ਚੱਲੀਏ ਤਾਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਦੇ ਨਾਲ ਇਹਨਾਂ ਦੇ ਕੀ ਸੰਬੰਧ ਨੇ ਜਿਸ ਨੂੰ 8200 ਕਿਹਾ ਜਾਂਦਾ ਹੈ, ਤੇ ਜਿਹੜੀ 8200 ਹੈ ਉਹ ਇਜ਼ਰਾਈਲ ਦੀ ਮਿਲਟਰੀ ਦੇ ਵਾਸਤੇ ਕਿਵੇਂ ਕੰਮ ਕਰਦੀ ਹੈ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤੰਤਰ ਹੈ ਜਿਸ ਨੂੰ ਨੈਟਵਰਕ ਕਿਹਾ ਜਾ ਸਕਦਾ ਹੈ, ਪਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮੈਂ ਪਿਛਲੀ ਵੀ ਇੱਕ ਵਾਰਤਾਲਾਪ ਦੇ ਵਿੱਚ ਜਿਹਦਾ ਸਬੰਧ ਪੰਜਾਬ ਦੀ ਸਿਆਸੀ ਤਨਜ਼ੀਮ ਦੇ ਨਾਲ ਸੀ, ਪੰਜਾਬ ਦੀ ਰਾਜ ਸੱਤਾ ਦੇ ਨਾਲ ਸੀ, ਉਹਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਰਾਜਨੀਤੀ ਜਾਂ ਫਿਰ ਨੀਤੀ ਸ਼ਾਸਤਰ ਨੂੰ ਇਸ ਕਰਕੇ ਪੜ੍ਹਿਆ ਜਾਂਦਾ ਹੈ ਕਿ ਤੁਸੀਂ ਰਾਜ ਸੱਤਾ ਦੇ ਉੱਪਰ ਕਾਬਜ ਹੋ ਸਕੋ। ਤੇ ਜਦੋਂ ਅਸੀਂ ਰਾਜ ਸੱਤਾ ਦੇ ਉੱਪਰ ਕਾਬਜ ਹੋ ਜਾਂਦੇ ਹਾਂ ਤਾਂ ਫਿਰ ਮੁੱਖ ਮਕਸਦ ਹੁੰਦਾ ਹੈ ਰਾਜ ਸੱਤਾ ਦੇ ਉੱਪਰ ਕਾਬਜ ਹੋ ਕੇ ਰਹਿਣਾ ਤੇ ਵਿਰੋਧੀਆਂ ਨੂੰ ਸਿਰ ਨਾ ਉਠਾਉਣ ਦੇਣਾ, ਉਸ ਨੂੰ ਰਾਜ ਸੂਤਰ ਕਿਹਾ ਜਾਂਦਾ ਹੈ। ਸੋ ਇੱਕ ਨੀਤੀ ਹੈ, ਇੱਕ ਸੂਤਰ ਹੈ। ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਉਹ ਜਿਹੜੇ ਨੀਤੀਵਾਨ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਰਾਜਨੀਤੀ ਦੇ ਹਰ ਮੁੱਦੇ ਦੇ ਉੱਪਰ ਜਾਣਕਾਰੀ ਰੱਖਦੇ ਨੇ ਜਾਂ ਰਾਜਨੀਤਿਕ ਪਰਿਸਥਿਤੀਆਂ ਦੇ ਵਿੱਚ ਉਤਰਾਅ ਚੜ੍ਹਾਅ ਇਸ ਦੇ ਬਾਰੇ ਸਾਰੇ ਜਾਣਕਾਰੀ ਰੱਖਦੇ ਨੇ, ਉਹਨਾਂ ਨੂੰ ਕਰੋੜਾਂ ਅਰਬਾਂ ਦੇ ਰੁਪਈਏ ਦੇ ਕੇ ਉਹਨਾਂ ਦੀਆਂ ਸੇਵਾਵਾਂ ਨੂੰ ਖਰੀਦਿਆ ਜਾਂਦਾ ਹੈ। ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਖਰੀਦਦੀਆਂ ਨੇ। ਇਹਦਾ ਮਤਲਬ ਕਿ ਜਿਹੜੇ ਲੋਕ ਅਸੀਂ ਰਾਜ ਸੱਤਾ ਦੇ ਉੱਪਰ ਬੈਠੇ ਹੁੰਦੇ ਆ ਉਹ ਰਾਜਨੀਤੀ ਦੇ ਮਾਹਰ ਨਹੀਂ ਹੁੰਦੇ, ਉਹਨਾਂ ਦੇ ਪਿੱਛੇ ਰਾਜਨੀਤੀ ਦੇ ਮਾਹਰ ਜਾਂ ਫਿਰ ਨੀਤੀ ਸ਼ਾਸਤਰ ਦੇ ਘਾੜੇ ਤੇ ਨੀਤੀ ਤੋਂ ਇਲਾਵਾ ਰਾਜ ਸੂਤਰ ਜਿਹੜਾ ਹੁੰਦਾ ਹੈ, ਰਾਜ ਨੂੰ ਚਲਾਉਣਾ ਕਿਵੇਂ ਹੈ, ਉਹਨੂੰ ਚਲਾਉਣ ਵਾਲੇ ਕੁਝ ਹੋਰ ਹੁੰਦੇ ਨੇ। ਇਸੇ ਤਰ੍ਹਾਂ ਸਰਕਾਰਾਂ ਦੇ ਵਿੱਚ ਹੁੰਦਾ ਹੈ। ਸਰਕਾਰਾਂ ਦੇ ਵਿੱਚ ਜੋ ਸਾਨੂੰ ਦਿਸ ਰਿਹਾ ਹੁੰਦਾ ਹੈ ਤੇ ਸਭ ਕੁਝ ਸਰਕਾਰਾਂ ਦੇ ਉਹ ਰਾਜਸੀ ਨੇਤਾ ਜਿਹੜੇ ਨੇ ਉਹ ਫੈਸਲੇ ਨਹੀਂ ਲੈ ਰਹੇ ਹੁੰਦੇ, ਉਹਨਾਂ ਦੇ ਪਿੱਛੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਨੂੰ ਬਿਊਰੋਕਰੇਟਸ ਜਿਹੜਾ ਉਹ ਕਿਹਾ ਜਾਂਦਾ ਹੈ। ਸੋ ਜਿਹੜੀ ਬਿਊਰੋਕਰੇਸੀ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਜੇਕਰ ਉਹਨਾਂ ਨੇ ਕਿਸੇ ਸਟੇਟ ਨੂੰ ਚਲਾਉਣਾ ਹੈ ਤੇ ਉਹਨਾਂ ਦੇ ਕੋਲ ਨੀਤੀ ਸ਼ਾਸਤਰ ਦੇ ਵਿੱਚ ਇੱਕ ਹੀ ਅਹਿਮ ਹਥਿਆਰ ਹੁੰਦਾ ਹੈ, ਜਾਣਕਾਰੀ। ਤੇ ਜਾਣਕਾਰੀ ਉਸ ਦੇ ਕੋਲ ਵਧੀਆ ਹੋਵੇਗੀ ਜਿਹਦੇ ਕੋਲ ਵਧੀਆ ਖੁਫੀਆ ਤੰਤਰ ਹੋਵੇਗਾ, ਤੇ ਅੱਜ ਦੇ ਜ਼ਮਾਨੇ ਦੇ ਵਿੱਚ ਖੁਫੀਆ ਤੰਤਰ ਉਹਦੇ ਕੋਲ ਵਧੀਆ ਹੋਵੇਗਾ ਜਿਹਦੇ ਕੋਲ ਵੱਧ ਤੋਂ ਵੱਧ ਖੁਫੀਆ ਤੰਤਰ ਦੇ ਇਕਵਿਪਮੈਂਟ ਹੋਣਗੇ, ਭਾਵ ਕਿ ਉਹਦੇ ਯੰਤਰ ਹੋਣਗੇ। ਸੋ ਇਹ ਗੱਲ ਅੱਜ ਦੇ ਸਮੇਂ 'ਚ ਸਮਝਣ ਵਾਲੀ ਹੈ। ਕੇਵਲ ਤੇ ਕੇਵਲ ਕਿਸੇ ਦੇਸ਼ ਦੇ ਕੋਲ ਫੌਜੀ ਤਾਕਤ ਕਿੰਨੀ ਹੈ, ਤੋਪਾਂ ਕਿੰਨੀਆਂ ਨੇ, ਟੈਂਕ ਕਿੰਨੇ ਨੇ, ਸਰਹੱਦਾਂ ਦੇ ਉੱਪਰ ਉਹ ਰਖਵਾਲੀ ਕਰਨ ਦੀ ਕਿੰਨੀ ਸਮਰੱਥਾ ਰੱਖਦਾ ਹੈ, ਇਹ ਇੰਨੀ ਅਹਿਮੀਅਤ ਨਹੀਂ ਰੱਖਦੀ ਜਿੰਨਾ ਵੱਧ ਤੋਂ ਵੱਧ ਖੁਫੀਆ ਤੰਤਰ ਜਿਹੜਾ ਉਸ ਦੀ ਅਹਿਮੀਅਤ ਨੂੰ ਅੱਜ ਕੱਲ੍ਹ ਦੇਸ਼ਾਂ ਦੇ ਵੱਲੋਂ ਸਮਝ ਲਿਆ ਗਿਆ। ਵੈਸੇ ਤਾਂ ਜੇ ਕਿਤੇ ਅਸੀਂ ਜਿਹੜਾ ਗੁਰਬਾਣੀ ਦਾ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਹੋਈਆਂ ਨੇ ਨਾ, ਉਹਨਾਂ ਦਾ ਅਧਿਐਨ ਬੜਾ ਪੇਤਲੇ ਜਿਹੇ ਰੂਪ 'ਚ ਕਰਦੇ ਹਾਂ, ਬੜਾ ਬਸ ਪੜ੍ਹ ਕੇ ਉੱਪਰੋਂ ਲੰਘ ਜਾਂਦੇ ਆ ਜਾਂ ਸਿਰਫ ਕੇਵਲ ਸ਼ਬਦਾਂ ਦੇ ਅਰਥ ਜਾਂ ਅਰਥ ਭਾਵ ਤੱਕ ਸੀਮਤ ਹੋ ਜਾਂਦੇ ਆ। ਪਰ ਕਿਤੇ ਗਹਿਰ ਚਿੰਤਨ ਕਰਨ ਦੀ ਵਿਧ ਸਾਨੂੰ ਆ ਜਾਵੇ ਤਾਂ ਮੈਂ ਸਿਰਫ ਅੱਜ ਸਾਰੇ ਇਸ ਵਿਖਿਆਨ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਬੜਾ ਅਹਿਮ ਸੰਦੇਸ਼ ਦਿੱਤਾ ਹੈ, ਉਹਦੇ ਉੱਪਰ ਗੱਲ ਲਿਆ ਕੇ ਰੱਖਣ ਲੱਗਾ।
ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਬੜਾ ਹੀ ਪਾਵਨ ਫਰਮਾਨ ਦਰਜ ਹੈ, ਲੰਕਾ ਸਾਗੜ ਸਮੁੰਦ ਸੀ ਖਾਈ, ਕਿ ਲੰਕਾ ਵਰਗਾ ਕਿਲਾ, ਰਾਵਣ ਦੀ ਗੱਲ ਹੋ ਰਹੀ ਹੈ, ਤੇ ਸਮੁੰਦਰ ਵਰਗੀ ਉਸ ਦੀ ਸੁਰੱਖਿਆ। ਇਹ ਦੂਜੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਓ ਕਿ ਲੰਕਾ ਉਹਦੀ ਅੰਦਰੂਨੀ ਸੁਰੱਖਿਆ ਹੈ, ਲੰਕਾ ਸਾਗੜ, ਲੰਕਾ ਸਾ ਕੋਟ, ਮਾਫ ਕਰਨਾ ਮੈਂ ਗੜ ਸ਼ਬਦ ਕਹਿ ਗਿਆ, ਲੰਕਾ ਸਾ ਕੋਟ, ਕੋਟ ਕਿਲੇ ਨੂੰ ਕਿਹਾ ਜਾਂਦਾ ਹੈ, ਕਿ ਇੱਕ ਦੁਨੀਆ ਦੇ ਭੂਗੋਲਿਕ ਖਿੱਤੇ ਤੋਂ ਕਟਿਆ ਦੇਸ਼ ਹੋਵੇ, ਉਹ ਆਪਣੇ ਆਪ ਦੇ ਵਿੱਚ ਹੀ ਕਿਲਾ ਹੈ। ਫਿਰ ਉਹਦੇ ਆਲੇ ਦੁਆਲੇ ਜਿਹੜੀ ਹੈ ਉਹ ਸੁਰੱਖਿਆ ਕਿੰਨੀ ਹੋਵੇ ਕਿ ਸਮੁੰਦ ਸੀ ਖਾਈ। ਵੈਸੇ ਕਿਲਿਆਂ ਨੂੰ ਸੁਰੱਖਿਆ ਦੇਣ ਦੇ ਵਾਸਤੇ ਜਿੰਨੇ ਵੀ ਕਿਲੇ ਹੁੰਦੇ ਸੀ ਉਹਦੇ ਆਲੇ ਦੁਆਲੇ ਇੱਕ ਗਹਿਰੀ ਖਾਈ ਪੁੱਟੀ ਜਾਂਦੀ ਸੀ, ਦੁਸ਼ਮਣ ਦੇ ਵਾਸਤੇ ਪਾਰ ਕਰਨੀ ਕੋਈ ਔਖੀ ਨਹੀਂ ਸੀ ਹੁੰਦੀ। ਪਰ ਕੁਦਰਤਨ ਲੰਕਾ ਦੇ ਦੁਆਲੇ ਸੁਰੱਖਿਆ ਕਿਵੇਂ ਦੀ ਹੈ? ਸਮੁੰਦ ਸੀ ਖਾਈ, ਵੀ ਸਮੁੰਦਰ ਵਰਗੀ ਉਹਦੀ ਬਾਹਰੀ ਸੁਰੱਖਿਆ, ਅੰਦਰੂਨੀ ਸੁਰੱਖਿਆ ਭੂਗੋਲਿਕ ਖਿੱਤੇ ਤੋਂ ਟੁੱਟ ਕੇ ਇੱਕ ਦੂਰ ਕਿਲੇ ਦੇ ਰੂਪ ਦੇ ਵਿੱਚ, ਬਾਹਰੀ ਸੁਰੱਖਿਆ ਉਹਦੇ ਆਲੇ ਦੁਆਲੇ ਡੂੰਘਾ ਸਮੁੰਦਰ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਰਾਵਣ ਦੀ ਹਾਰ ਦਾ ਮੂਲ ਕਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇਹ ਰਾਵਣ ਘਰ ਖਬਰ ਨਾ ਪਾਈ। ਰਾਵਣ ਦਾ ਖੁਫੀਆ ਤੰਤਰ ਬੜਾ ਕਮਜ਼ੋਰ ਸੀ, ਉਹਨੂੰ ਇਹ ਪਤਾ ਹੀ ਨਾ ਲੱਗ ਸਕਿਆ ਕਿ ਦੁਸ਼ਮਣ ਉਹਦੇ ਘਰ ਦੇ ਵਿੱਚ ਆ ਚੁੱਕਾ ਹੈ। ਦੂਸਰੇ ਪਾਸੇ ਰਾਮਚੰਦਰ ਦੀ ਜਿੱਤ ਦਾ ਇਹ ਅਹਿਮ ਕਾਰਨ ਹੈ ਕਿ ਉਸ ਦਾ ਖੁਫੀਆ ਤੰਤਰ ਇੰਨਾ ਜ਼ਿਆਦਾ ਉਸ ਵੇਲੇ ਕਹਿ ਸਕਦੇ ਹੋ ਕਿ ਸਰਗਰਮ ਹੈ ਕਿ ਹਨੂਮਾਨ ਲੰਕਾ ਦੇ ਵਿੱਚ ਦਾਖਲ ਹੋ ਚੁੱਕਾ ਹੈ। ਸੋ ਇਹ ਇਤਿਹਾਸਕ ਹੈ ਜਾਂ ਮਿਥਿਹਾਸਕ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਜੇ ਤੁਹਾਨੂੰ ਸਮਝਾਉਣਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਗੁਰਬਾਣੀ ਦੇ ਵਿੱਚ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਮਿਸਾਲ ਹੈ। ਹੁਣ ਅਸੀਂ ਗੱਲ ਕਰਦੇ ਹਾਂ ਪੈਗਾਸਸ, ਸਰਕਾਰਾਂ ਕਿਉਂ ਵਰਤ ਰਹੀਆਂ ਨੇ ਔਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਖੁਫੀਆ ਤੰਤਰ ਹੈ ਉਹ ਰਾਜਸੀ ਤੌਰ ਦੇ ਉੱਪਰ ਸਰਕਾਰਾਂ ਉਸ ਨੂੰ ਕਿਵੇਂ ਵਰਤੀਆਂ ਨੇ। ਜੇ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਜਾਵਾਂ, ਵੈਸੇ ਤਾਂ ਮੈਂ ਇਸ ਦਾ ਸਾਰਾ ਜ਼ਿਕਰ ਆਪਣੀ ਕਿਤਾਬ ਤੱਬੇ ਰੋਸ ਜਾਗਿਓ ਦੇ ਵਿੱਚ ਕੀਤਾ ਹੈ, ਤੇ ਜਦੋਂ ਮੈਂ ਉਹ ਜ਼ਿਕਰ ਕੀਤਾ ਸੀ ਨਾ, ਉਹ ਮੈਂ ਇੱਕ ਆਊਟਲੁੱਕ ਦੇ ਵਿੱਚ ਰਿਪੋਰਟ ਆਈ ਸੀ, ਉਸ ਰਿਪੋਰਟ ਦੇ ਵਿੱਚ RSS ਦੇ ਇੱਕ ਕਹਿ ਸਕਦੇ ਹੋ ਕਿ ਬਹੁਤ ਵੱਡੇ ਪੱਧਰ ਦੇ ਇੱਕ ਸੰਘ ਦੇ ਜਿਹੜੇ ਕਾਰਕੁਨ ਨੇ, ਬੜੇ ਵੱਡੇ ਪੱਧਰ ਦੇ ਉੱਪਰ, ਉਹਨਾਂ ਨੇ ਇਹ ਗੱਲ ਆਊਟਲੁੱਕ ਮੈਗਜ਼ੀਨ ਦੇ ਪੱਤਰਕਾਰ ਨੂੰ ਗੱਲ ਕਰਦਿਆਂ ਕਹੀ ਸੀ ਕਿ ਸਾਡੇ ਸੰਗਠਨ ਦੇ ਵਿੱਚ ਅਨੁਸ਼ਾਸਨ ਇੰਨਾ ਜ਼ਿਆਦਾ ਹੈ ਕਿ ਜਿਹੜੀਆਂ ਸਾਡੀਆਂ ਵਿਦਿਅਕ ਸ਼ਾਖਾਵਾਂ ਨੇ, ਜਿਨ੍ਹਾਂ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਨੇ ਉਹ ਸਾਡੇ ਕੋਲੋਂ ਰਿਸਰਚ ਐਂਡ ਐਨਾਲਿਸਿਸ ਵਿੰਗ ਰਾ, MI ਮਿਲਟਰੀ ਇੰਟੈਲੀਜੈਂਸ, IB ਇੰਟੈਲੀਜੈਂਸ ਬਿਊਰੋ, ਵੀ ਇਹ ਜਿਹੜੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਖੁਫੀਆ ਏਜੰਸੀਆਂ ਨੇ, ਇਹਨਾਂ ਦੇ ਵੱਲੋਂ ਸਾਡੇ ਬੱਚਿਆਂ ਦੀ ਰਿਕਰੂਟਮੈਂਟ ਕੀਤੀ ਜਾਂਦੀ ਹੈ ਜਿਹੜੇ ਸੰਘ ਦੇ ਨਾਲ ਜੁੜੇ ਹੁੰਦੇ ਨੇ, ਕਿਉਂਕਿ ਉਹ ਅਨੁਸ਼ਾਸਨ ਦੇ ਵਿੱਚ ਬੜੇ ਪੱਕੇ ਨੇ। ਸੋ ਜਦੋਂ ਮੈਂ ਇਹ ਗੱਲ ਲਿਖੀ ਤਾਂ ਬਹੁਤ ਸਾਰੇ ਲੋਕਾਂ ਦੀ, ਇੱਥੋਂ ਤੱਕ ਕਿ ਮੈਨੂੰ ਤਾਂ ਇਹ ਵੀ ਕਿਹਾ ਗਿਆ ਜੀ RSS ਕੋਈ ਖਤਰਾ ਨਹੀਂ ਹੈਗੀ, ਇਹ ਤਾਂ ਕੇਵਲ ਤੇ ਕੇਵਲ ਲੋਕਾਂ ਨੂੰ ਭੜਕਾ ਰਿਹਾ ਹੈ। ਪਰ ਜਦੋਂ ਹੁਣ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋਏ ਨੇ ਤਾਂ ਪਿੱਛੇ ਜੇ ਤਾਂ ਇੱਕ ਵੀਰ ਨੇ ਅਖਬਾਰ ਦੇ ਵਿੱਚ ਇੱਕ ਛੋਟਾ ਜਿਹਾ ਲੇਖ ਵੀ ਲਿਖਿਆ ਸੀ ਕਿ ਡਾਕਟਰ ਉਦੋਕੇ ਦੀਆਂ ਕਈਆਂ ਗੱਲਾਂ ਸੱਚ ਹੋ ਰਹੀਆਂ ਨੇ। ਉਹ ਮੈਂ ਕੋਈ ਨਜ਼ੂਮੀ ਨਹੀਂ ਸੀ, ਮੈਂ ਕੋਈ ਜੋਤਸ਼ੀ ਨਹੀਂ ਸੀ, ਮੈਂ ਕੋਈ ਭਵਿੱਖਬਾਣੀ ਨਹੀਂ ਸੀ ਕੀਤੀ, ਪਰ ਜਿਹੜੇ ਵਰਤਾਰੇ ਉਦੋਂ ਵਾਪਰ ਰਹੇ ਸੀ ਮੈਂ ਉਹਨਾਂ ਦਾ ਅਧਿਐਨ ਕਰਕੇ, ਤੁਸੀਂ ਤੱਬੇ ਰੋਸ ਜਾਗਿਓ ਕਿਤਾਬ ਦੇ ਵਿੱਚ ਪੜ੍ਹ ਸਕਦੇ ਹੋ, ਮੈਂ ਉਦੋਂ ਇਹ ਗੱਲ ਲਿਖੀ ਸੀ ਕਿ ਜਿਸ ਤਰੀਕੇ ਦੇ ਨਾਲ ਇੰਟੈਲੀਜੈਂਸ ਏਜੰਸੀਜ਼ ਦੇ ਵਿੱਚ ਜਾਂ ਫਿਰ ਖੁਫੀਆ ਵਿਭਾਗਾਂ ਦੇ ਵਿੱਚ ਜਿਹੜਾ ਸੰਘ ਹੈ ਇਹਦੇ ਵਰਕਰਾਂ ਦੀ ਸ਼ਮੂਲੀਅਤ ਜਿਸ ਤਰ੍ਹਾਂ ਹੋ ਰਹੀ ਹੈ, ਤੇ ਜਿਸ ਤਰ੍ਹਾਂ ਦੇ ਨਾਲ ਇਸੇ ਹੀ ਸੰਸਥਾ ਦੇ ਨਾਲ ਸੰਬੰਧਿਤ ਅੱਗੇ ਬਿਊਰੋਕਰੇਟਸ, ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਨੇ, ਤੇ ਕਿਸੇ ਦਿਨ ਜਿਹੜੀਆਂ ਇਹ ਦੇਸ਼ ਦੀਆਂ ਸੁਰੱਖਿਆ ਤੇ ਖੁਫੀਆ ਏਜੰਸੀਆਂ ਨੇ ਤੇ ਜਿਹੜੀ ਦੇਸ਼ ਦੀ ਰਾਜਨੀਤੀ ਹੈ, ਇਹ ਇਕੱਠੇ ਸੂਤਰ ਦੇ ਵਿੱਚ ਵੱਜ ਜਾਣਗੇ। ਸੋ ਇਹ ਗੱਲ ਮੈਂ ਉਦੋਂ ਕਹੀ ਸੀ, ਉਹੀ ਗੱਲ ਅੱਜ ਤੁਹਾਡੇ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ ਹੈ। ਹੁਣ ਅਸੀਂ ਜੇ ਥੋੜਾ ਜਿਹਾ ਵੇਖਣਾ ਹੋਵੇ ਇਤਿਹਾਸਕ ਝਰੋਖੇ ਦੇ ਵਿੱਚ, ਤਾਂ ਇੱਕ ਗੱਲ ਹਮੇਸ਼ਾ ਆਪਣੇ ਧਿਆਨ ਦੇ ਵਿੱਚ ਰੱਖਿਓ ਕਿ ਰਾਜ ਲੈਣ ਦੇ ਵਾਸਤੇ ਰਾਜਨੀਤੀ ਦੀ ਲੋੜ ਹੈ, ਚਲਾਉਣ ਦੇ ਵਾਸਤੇ ਰਾਜ ਸੂਤਰ ਦੀ ਲੋੜ ਹੈ। ਜੇਕਰ ਕਿਸੇ ਵੀ ਰਾਜ ਦੇ ਪ੍ਰਬੰਧਕ ਦੇ ਕੋਲ ਇਹ ਦੋ ਚੀਜ਼ਾਂ ਦੇ ਉੱਪਰ ਕਹਿ ਸਕਦੇ ਹੋ ਕਿ ਆਪਣਾ ਕਬਜ਼ਾ ਕਾਇਮ ਨਹੀਂ ਹੈਗਾ ਤਾਂ ਰਾਜ ਬਹੁਤ ਲੰਬਾ ਸਮਾਂ ਤੱਕ ਸਥਿਰ ਨਹੀਂ ਰਹਿੰਦੇ। ਜੇਕਰ ਅਸੀਂ ਸਰਕਾਰੇ ਖਾਲਸਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਹਿਮ ਗੱਲ ਆ, ਸਰਕਾਰੇ ਖਾਲਸਾ ਦੇ ਵਿੱਚ ਇੱਕ ਸਾਡੇ ਕੋਲ ਘਾਟ ਕੀ ਰਹੀ ਹੈ, ਕਿਉਂਕਿ
ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਡੋਗਰਾ ਪਰਿਵਾਰ ਦੇ ਉੱਪਰ ਯਕੀਨ ਕਰਕੇ ਜਿਹੜਾ ਬਿਊਰੋਕਰੇਟਸ ਦਾ ਜਿੰਨਾ ਕੰਮ ਸੀ ਉਹ ਇਹਨਾਂ ਨੂੰ ਦੇ ਦਿੱਤਾ। ਸਿੱਖ ਤਾਂ ਜ਼ਿਆਦਾਤਰ ਜਰਨੈਲ ਹੀ ਰਹੇ, ਪਰ ਬਿਊਰੋਕਰੇਸੀ ਦਾ ਜਿੰਨਾ ਵੀ ਕੰਮ ਸੀ ਉਹ ਸਾਰਾ ਡੋਗਰਾ ਪਰਿਵਾਰ ਦੇ ਕੋਲ, ਗੁਲਾਬ ਸਿੰਘ ਡੋਗਰਾ, ਧਿਆਨ ਸਿੰਘ ਡੋਗਰਾ, ਅੱਗੋਂ ਉਸ ਦਾ ਬੇਟਾ ਹੀਰਾ ਸਿੰਘ ਡੋਗਰਾ, ਇਹ ਸਾਰਾ ਇਹਨਾਂ ਦੇ ਕੋਲ ਸੀ। ਤੇ ਸੱਚ ਜਾਣਿਓ, ਜਦੋਂ ਜਮਰੌਦ ਦੇ ਕਿਲੇ ਦੇ ਉੱਪਰ ਦੋਸਤ ਮੁਹੰਮਦ ਖਾਨ ਆਪਣੇ 5 ਪੁੱਤਰਾਂ ਦੇ ਨਾਲ ਹਮਲਾ ਕਰਦਾ ਹੈ, ਉਸ ਵੇਲੇ ਪਿਸ਼ਾਵਰ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਬਿਮਾਰ ਪਿਆ ਹੈ ਤੇ ਉਧਰ ਅੰਮ੍ਰਿਤਸਰ ਲਾਹੌਰ ਦਰਬਾਰ ਦੇ ਵਿੱਚ ਕੰਵਰ ਨਿਹਾਲ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਤੇ ਕੰਵਰ ਖੜਕ ਸਿੰਘ ਦਾ ਪੁੱਤਰ, ਉਹਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਤੇ ਉਸ ਵੇਲੇ ਬਿਮਾਰੀ ਦੀ ਹਾਲਤ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਚਿੱਠੀ ਲਿਖਦਾ ਹੈ ਲਾਹੌਰ ਦਰਬਾਰ ਦੇ ਵੱਲ ਕਿ ਲਾਹੌਰ ਦਰਬਾਰ ਦੇ ਵਿੱਚੋਂ ਫੌਜ ਭੇਜੀ ਜਾਵੇ, ਨਹੀਂ ਤੇ ਜਮਰੌਦ ਦਾ ਕਿਲਾ ਹੱਥੋਂ ਜਾਵੇਗਾ। ਉਹ ਜਿਹੜੀ ਚਿੱਠੀ ਹੈ ਉਹ ਧਿਆਨ ਸਿੰਘ ਡੋਗਰੇ ਦੇ ਹੱਥ ਦੇ ਵਿੱਚ ਆਈ, ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਉਹ ਸੀ। ਉਸ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ ਹੀ ਨਹੀਂ, ਤੇ ਜਦੋਂ ਦੱਸਿਆ ਬੇਸ਼ੱਕ ਉਸ ਗੱਲ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖਫਾ ਵੀ ਹੋਇਆ, ਪਰ ਜਦੋਂ ਦੱਸਿਆ ਉਦੋਂ ਤੱਕ ਕਿਲਾ ਵੀ ਜਾ ਚੁੱਕਾ ਸੀ ਤੇ ਜਰਨੈਲ ਵੀ ਜਾ ਚੁੱਕਾ ਸੀ। ਭਾਵ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਤੇ ਕੁਝ ਸਮਾਂ ਹੀ ਉਹ ਕਿਲਾ ਸਿੱਖਾਂ ਦੇ ਕੋਲ ਰਿਹਾ, ਉਹ ਇਲਾਕਾ ਸਿੱਖਾਂ ਦੇ ਕੋਲ ਰਿਹਾ। ਭਾਵ ਕਿ ਇੱਕ ਬਾਹੀ ਦੇ ਉੱਪਰ ਦੁਸ਼ਮਣ ਨੂੰ ਡੱਕ ਕੇ ਰੱਖਣ ਵਾਲਾ ਜਿਹੜਾ ਜਰਨੈਲ ਸੀ, ਉਹਦੀ ਚਿੱਠੀ ਮੌਕੇ ਸਿਰ ਨਾ ਪਹੁੰਚਾਈ ਗਈ। ਸੋ ਇਹ ਅਹਿਮੀਅਤ ਹੁੰਦੀ ਹੈ ਜਿਹੜੇ ਬਿਊਰੋਕਰੇਟਸ ਹੁੰਦੇ ਨੇ ਸਟੇਟ ਦੇ ਵਿੱਚ। ਮੈਂ ਥੋੜੀ ਜੀ ਉਦਾਹਰਨ ਦੇ ਵਿੱਚ ਸਮਝਾਇਆ ਕਿ ਰਾਜ ਨੂੰ ਬਣਾ ਵੀ ਸਕਦੇ ਨੇ, ਰਾਜ ਨੂੰ ਤਬਾਹ ਵੀ ਕਰ ਸਕਦੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕੇਵਲ ਤੇ ਕੇਵਲ ਪੈਗਾਸਸ ਦੇ ਬਾਰੇ। ਪੈਗਾਸਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਜ਼ਰਾਈਲ ਦੀ ਮਿਲਟਰੀ ਦੀ ਜਿਹੜੀ ਖੁਫੀਆ ਏਜੰਸੀ ਹੈ, ਜਿਹੜੀ ਮਿਲਟਰੀ ਦੀ ਖੁਫੀਆ ਏਜੰਸੀ ਹੈ, ਉਸ ਦਾ ਨਾਮ ਹੈ 8200, ਪੰਜਾਬੀ ਦੇ ਵਿੱਚ ਜੇ ਅਸੀਂ ਕਹੀਏ ਤੇ 8200। ਔਰ ਇਹਦੇ ਬਾਰੇ ਯੂਨਾਈਟਿਡ ਸਟੇਟ ਜਿਹੜੀ ਡਿਫੈਂਸ ਅਕੈਡਮੀ ਹੈ ਉਹਦੇ ਡਾਇਰੈਕਟਰ ਨੇ ਇੱਕ ਗੱਲ ਕਹੀ ਸੀ ਕਿ ਦੁਨੀਆ ਦੀਆਂ ਬਹੁਤ ਵੱਡੀਆਂ ਖੁਫੀਆ ਵਿਭਾਗਾਂ ਦੇ ਵਿੱਚੋਂ ਜੇਕਰ ਸਭ ਤੋਂ ਵੱਧ ਸਮਰੱਥਾ ਵਾਲੀ ਕੋਈ ਖੁਫੀਆ ਏਜੰਸੀ ਹੈ ਤਾਂ ਉਹ ਇਹ ਹੈ। ਔਰ ਇਹਦੇ ਵਿੱਚ ਇਜ਼ਰਾਈਲ ਜਾਂ ਯਹੂਦੀ ਕੌਮੀਅਤ ਨਾਲ ਸੰਬੰਧਿਤ ਹੋਰ ਦੇਸ਼ਾਂ ਦੇ ਵਿੱਚੋਂ ਜਿਹੜੇ ਬਹੁਤ ਹੀ ਜ਼ਿਆਦਾ ਰੌਸ਼ਨ ਦਿਮਾਗ ਬੱਚੇ ਹੁੰਦੇ ਨੇ, ਖਾਸ ਕਰਕੇ 18 ਤੋਂ 22 ਸਾਲ ਦੀ ਉਮਰ ਵਾਲੇ, ਉਹ ਲਏ ਜਾਂਦੇ ਨੇ। ਉਹਨਾਂ ਦੀਆਂ ਸੇਵਾਵਾਂ ਬੜੇ ਥੋੜੇ ਸਮੇਂ ਵਾਸਤੇ ਲਈਆਂ ਜਾਂਦੀਆਂ ਨੇ, ਕਿਉਂਕਿ ਉਹਨਾਂ ਤੋਂ ਬਾਅਦ ਦੂਜਾ ਬੈਚ ਤਿਆਰ ਹੁੰਦਾ ਜਿਨ੍ਹਾਂ ਦੇ ਕੋਲ ਅਗਲੀ ਟੈਕਨੋਲੋਜੀ ਹੁੰਦੀ ਹੈ, ਤੇ ਬਹੁਤ ਥੋੜੇ ਸਮੇਂ ਬਾਅਦ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਜਗ੍ਹਾ ਨਵੇਂ ਲੈ ਜਾਂਦੇ ਨੇ। ਜਿਹੜੇ ਰਿਟਾਇਰ ਕੀਤੇ ਜਾਂਦੇ ਨੇ ਉਹ ਫਿਰ ਇਸ ਹੀ ਖੁਫੀਆ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਏਜੰਸੀਆਂ ਦੇ ਵਿੱਚ ਜਾਂਦੇ ਨੇ, ਵੱਖ-ਵੱਖ ਅਕੈਡਮਿਕ ਇੰਸਟੀਟਿਊਸ਼ਨਸ ਦੇ ਵਿੱਚ ਜਾਂਦੇ ਨੇ। ਦੁਨੀਆ ਪੱਧਰ ਦੇ ਉੱਪਰ ਜਾ ਕੇ ਜਿੰਨੀਆਂ ਵੀ ਵੱਡੀਆਂ ਅਕੈਡਮਿਕ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਅੱਜ ਕੱਲ੍ਹ ਦੀਆਂ ਨਵੀਨਤਮ ਟੈਕਨੋਲੋਜੀ ਦੀਆਂ ਖੋਜਾਂ ਹੁੰਦੀਆਂ ਨੇ, ਉਹ ਉਹਨਾਂ ਦੇ ਵਿੱਚ ਜਾਂਦੇ ਨੇ। ਉੱਥੇ ਉਹਨਾਂ ਦੀ ਨੀਤੀ ਕਾਬਜ਼ ਵੀ ਹੁੰਦੀ ਹੈ ਤੇ ਨਵੀਆਂ ਖੋਜਾਂ ਵੀ ਕਰਦੇ ਨੇ। ਉਹਨਾਂ ਦੇ ਵਿੱਚੋਂ ਨਿਕਲੀ ਹੈ NSO। NSO ਜਿਹੜੀ ਕਹਿ ਸਕਦੇ ਹੋ ਕਿ ਇੱਕ ਸਪਾਈਵੇਅਰ ਕਹਿ ਸਕਦੇ ਹੋ, ਕਿ ਇੱਕ ਐਸੀ ਕੰਪਨੀ ਕਹਿ ਲਓ ਜਾਂ ਐਸੇ ਲੋਕਾਂ ਦਾ ਸਮੂਹ ਕਹਿ ਲਓ ਜਿਹਦੇ 3 ਇਹ ਫਾਊਂਡਰ ਨੇ, N ਨੀਵ, S ਸੈਲਵ ਤੇ O ਓਮਰੀ। ਇਹ ਤਿੰਨੇ ਹੀ ਜਿਹੜੇ ਨੇ ਇਹ ਇਜ਼ਰਾਈਲ ਦੀ ਉਸੇ ਹੀ ਜਿਹੜੀ ਖੁਫੀਆ ਵਿਭਾਗ, ਜਿਸ ਨੂੰ ਮਿਲਟਰੀ ਇੰਟੈਲੀਜੈਂਸ ਕੋਰ ਕਿਹਾ ਜਾਂਦਾ ਹੈ, ਜਿਹੜਾ ਫੌਜ ਦਾ ਖੁਫੀਆ ਵਿਭਾਗ ਹੈ, ਉਹਦੇ ਤਿੰਨੇ ਹੀ ਸਾਬਕਾ ਆਫੀਸਰ ਨੇ। ਸੋ ਇਹਨਾਂ ਨੇ NSO ਨੇ ਅੱਗੋਂ ਜਿਹੜਾ ਸੌਫਟਵੇਅਰ ਸੀ ਉਹ ਤਿਆਰ ਕਰਾਇਆ ਪੈਗਾਸਸ। ਹੁਣ ਅਸੀਂ ਗੱਲ ਕਰਦੇ ਹਾਂ ਪੈਗਾਸਸ ਦੀ। ਵੈਸੇ ਇਹਦੀ ਕਹਿ ਸਕਦੇ ਹੋ ਕਿ ਕਿਸੇ ਪੱਧਰ ਦੇ ਉੱਪਰ ਖੁਫੀਆ ਵਿਭਾਗ ਦੇ ਵੱਖ-ਵੱਖ ਸਰੋਤਾਂ ਦੇ ਰਾਹੀਂ ਜਾਣਕਾਰੀ ਲੈਣ ਦੀ ਪ੍ਰਕਿਰਿਆ ਜਿਹੜੀ ਹੈ ਉਹ 2010 ਦੇ ਵਿੱਚ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਸੀ। ਔਰ 2016 ਦੇ ਵਿੱਚ ਆ ਕੇ ਜਿਹੜੀਆਂ ਉਸ ਸਮੇਂ ਦੀਆਂ ਰਿਪੋਰਟਸ ਨੇ ਉਹਨਾਂ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ 2016 ਦੇ ਵਿੱਚ ਪੈਗਾਸਸ ਜਿਹੜੀ ਇਹਨਾਂ ਦੀ ਕਹਿ ਸਕਦੇ ਹੋ ਕਿ ਬਣਾਇਆ ਗਿਆ ਇੱਕ ਸਪਾਈਵੇਅਰ ਸੀ, ਭਾਵ ਕਿ ਜਸੂਸੀ ਕਰਨ ਵਾਲਾ ਇੱਕ ਸੌਫਟਵੇਅਰ, ਜਿਸ ਨੂੰ ਇਜ਼ਰਾਈਲੀ ਸਰਕਾਰ ਨੇ ਸਪਾਈਵੇਅਰ ਨਹੀਂ ਬਲਕਿ ਇਸ ਦਾ ਉਹਨਾਂ ਨੇ ਨਾਮ ਦਿੱਤਾ ਸਪਾਈ ਆਰਮ। ਔਰ ਇਸ ਨੂੰ ਬਕਾਇਦਾ ਹਥਿਆਰਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ। ਇਸੇ ਕਰਕੇ ਅਮਰੀਕਾ ਦੀ ਡਿਫੈਂਸ ਅਕੈਡਮੀ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਵੀ ਇਹ ਗੱਲ ਕਹੀ ਸੀ ਕਿ ਇਹ ਕੇਵਲ ਤੇ ਕੇਵਲ ਖੁਫੀਆ ਵਿਭਾਗ ਦਾ ਇੱਕ ਸੌਫਟਵੇਅਰ ਨਹੀਂ ਬਲਕਿ ਹਥਿਆਰ ਹੈ। ਔਰ ਇਸੇ ਕਰਕੇ ਇਹ ਜਿਹੜੀ ਕੰਪਨੀ ਹੈ ਇਹ ਆਪਣੇ ਇਸ ਸਪਾਈ ਆਰਮ ਨੂੰ ਕਹਿ ਸਕਦੇ ਹੋ ਕਿ ਇੱਕ ਖੁਫੀਆ ਹਥਿਆਰ
ਜਿਹੜਾ ਹਥਿਆਰ ਦੀ ਤੌਰ ਤੇ ਵਰਤਿਆ ਜਾਂਦਾ ਹੈ, ਉਹਨੂੰ ਬਕਾਇਦਾ ਤੌਰ ਤੇ ਇਜ਼ਰਾਈਲੀ ਸਰਕਾਰ ਦੇ ਕੋਲੋਂ ਪਰਮਿਸ਼ਨ ਲੈਣ ਤੋਂ ਬਾਅਦ ਹੀ ਦੂਜੇ ਦੇਸ਼ ਦੀਆਂ ਸਰਕਾਰਾਂ ਨੂੰ ਜਿਹੜੀ ਹੈ ਉਹ ਵੇਚਦੀ ਹੈ। 2016 ਦੇ ਵਿੱਚ ਜਿਹੜਾ ਇਹ ਕਹਿ ਸਕਦੇ ਹੋ ਕਿ ਇਹਨਾਂ ਦਾ ਇਹ ਸਪਾਈ ਆਰਮ ਸੀ, ਜਾਂ ਕਹਿ ਸਕਦੇ ਹੋ ਕਿ ਖੁਫੀਆ ਤੰਤਰ ਦਾ ਜਿਹੜਾ ਇਹ ਹਥਿਆਰ ਸੀ, ਇਹਦੇ ਕੋਲ ਇੰਨੀ ਸਮਰੱਥਾ ਸੀ ਕਿ ਇਹ ਕਿਸੇ ਵੀ ਕੰਪਨੀ ਦੇ ਟੈਲੀਫੋਨ ਮੋਬਾਈਲ ਫੋਨ ਨੂੰ ਉਹਦਾ ਕਾਲ ਰਿਕਾਰਡ, ਉਹਦੇ ਮੈਸੇਜ, ਉਸ ਦਾ ਮਾਈਕਰੋਫੋਨ, ਉਸ ਦੀ ਲੋਕੇਸ਼ਨ, ਉਸ ਦਾ ਕੈਮਰਾ, ਭਾਵ ਕਿ ਜੋ ਕੁਝ ਤੁਸੀਂ ਆਪਣੇ ਫੋਨ ਦੇ ਵਿੱਚ ਰੱਖਦੇ ਹੋ ਉਹ ਸਭ ਕੁਝ ਹੀ ਲੈਣ ਦੀ ਜਾਂ ਆਪਣੇ ਵਿੱਚ ਸਮਾਉਣ ਦੀ ਸਮਰੱਥਾ ਰੱਖਦਾ ਸੀ। ਪਰ ਉਹਦੇ ਵਾਸਤੇ ਕੁਝ ਸਰੋਤਾਂ ਦੇ ਮੁਤਾਬਕ ਅਜੇ ਤੱਕ ਇਹ ਜਾਣਕਾਰੀ ਕੇਵਲ ਤੇ ਕੇਵਲ ਦਾ ਹਿੰਦੂ ਬਿਜ਼ਨਸ ਲਾਈਨ ਨੇ ਇਹ ਗੱਲ ਸਾਂਝੀ ਕੀਤੀ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਸੌਫਟਵੇਅਰ ਸੀ ਪੈਗਾਸਸ, ਉਹ ਕਹਿ ਸਕਦੇ ਹੋ ਕਿ ਕਲਿੱਕ ਇੰਸਟਾਲੇਸ਼ਨ ਸੀ ਉਹਦੀ, ਭਾਵ ਕਿ ਤੁਹਾਡੇ ਈਮੇਲ ਦੇ ਵਿੱਚ ਜਾਂ ਤੁਹਾਡੇ ਮੈਸੇਜ ਬਾਕਸ ਦੇ ਵਿੱਚ ਕੋਈ ਸੁਨੇਹਾ ਆਉਂਦਾ ਸੀ, ਤੁਸੀਂ ਖੋਲ੍ਹਣ ਦੇ ਵਾਸਤੇ ਉਹਨੂੰ ਕਲਿੱਕ ਕਰਦੇ ਸੀ, ਤੇ ਜਦੋਂ ਤੁਸੀਂ ਕਲਿੱਕ ਕਰਦੇ ਸੀ ਤੇ ਉਹਨਾਂ ਦਾ ਜਿਹੜਾ ਸੌਫਟਵੇਅਰ ਹੈ ਉਹ ਤੁਹਾਡੇ ਫੋਨ ਦੇ ਵਿੱਚ ਆ ਜਾਂਦਾ ਸੀ, ਤੇ ਉਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਆਪਣੇ ਤੱਕ ਜਿਹੜੀ ਹੈ ਉਹ ਲੈ ਜਾਂਦੇ ਸੀ। ਉਸ ਤੋਂ ਬਾਅਦ ਤਕਰੀਬਨ 16 ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਦੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਸੀ, ਪਰ ਇਹ ਕਲਿੱਕ ਬੇਸਡ ਸੀਗੀ। ਇਹ ਗੱਲ ਦਾ ਹਿੰਦੂ ਬਿਜ਼ਨਸ ਲਾਈਨ ਨੇ ਲਿਖੀ ਹੋਈ ਹੈ। ਉਸ ਤੋਂ ਬਾਅਦ ਦਾ ਗਾਰਡੀਅਨ ਅਖਬਾਰ ਦੇ ਵਿੱਚ, ਉਹਦੇ ਵਿੱਚੋਂ ਮੈਂ ਕਾਫੀ ਜ਼ਿਆਦਾ ਖੁਲਾਸੇ ਕਰਾਂਗਾ, ਪਰ ਇੱਕ ਗੱਲ ਜਿਹੜੀ ਬੜੀ ਅਹਿਮ ਹੈ ਕਿ 18 ਦੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਹੋਈ 2018 ਦੇ ਵਿੱਚ ਕਿ ਇਜ਼ਰਾਈਲੀ ਮਿਲਟਰੀ ਇੰਟੈਲੀਜੈਂਸ ਦੇ ਵੱਲੋਂ ਇਹ ਜਿਹੜਾ ਸੌਫਟਵੇਅਰ ਤਿਆਰ ਕਰਵਾਇਆ ਗਿਆ ਹੈ, ਇਹ ਦੁਨੀਆ ਦਾ ਸਭ ਤੋਂ ਬਿਹਤਰ ਸੌਫਟਵੇਅਰ ਹੈ, ਜਿਹੜਾ ਦੁਨੀਆ ਦੀ ਕਿਸੇ ਵੀ ਵਿਅਕਤੀ ਦੀ ਜਿਹੜੀ ਉਸ ਦੇ ਕਿਸੇ ਵੀ ਬਿਜਲਈ ਤੰਤਰ ਦੇ ਵਿੱਚ ਰੱਖੀ ਹੋਈ ਜਾਣਕਾਰੀ ਹੈ ਉਸ ਨੂੰ ਜਿਹੜਾ ਉਹ ਆਪਣੇ ਆਪ ਤੱਕ ਗ੍ਰਹਿਣ ਕਰ ਸਕਦਾ ਹੈ। ਉਸ ਤੋਂ ਬਾਅਦ ਇੱਕ ਬੜੀ ਵੱਡੀ ਘਟਨਾ ਹੋਈ, ਜਿਸ ਤੋਂ ਬਾਅਦ ਇਸ ਕਹਿ ਸਕਦੇ ਹੋ ਕਿ ਸੌਫਟਵੇਅਰ ਦਾ ਕਾਫੀ ਜ਼ਿਆਦਾ ਨਾਮ ਦੁਨੀਆ ਦੇ ਵਿੱਚ ਆਇਆ। ਉਹ ਸੀਗੀ ਕਿ ਜਮਾਲ ਖਸ਼ੋਗੀ ਦੀ ਹੱਤਿਆ। ਜਮਾਲ ਖਸ਼ੋਗੀ ਜਿਹੜਾ ਹੈ ਇਹ ਸਾਊਦੀ ਅਰਬ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਇੱਕ ਕਾਰਕੁਨ ਸੀ। ਸਰਕਾਰ ਨੂੰ ਵਾਸਤੇ ਇਹ ਇੱਕ ਖਤਰਾ ਸੀ। ਦਰਅਸਲ ਜਿਹੜੀਆਂ ਵੀ ਆਵਾਜ਼ਾਂ ਸਰਕਾਰ ਦੇ ਖਿਲਾਫ ਉੱਠਦੀਆਂ ਨੇ, ਜਿੱਥੇ ਸਰਕਾਰ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੁੰਦੀ ਹੈ, ਤਾਂ ਉੱਥੇ ਹੀ ਫਿਰ ਉਹ ਲੋਕ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਉਹ ਸਰਕਾਰ ਖਤਮ ਕਿਵੇਂ ਕਰਾਉਂਦੀ ਹੈ। ਉਹ ਜਿਹੜਾ ਜਮਾਲ ਖਸ਼ੋਗੀ ਸੀ, ਜਦੋਂ ਉਹਦੀ ਹੱਤਿਆ ਹੋਈ ਤਾਂ ਉਸ ਸਮੇਂ ਫਿਰ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਜਿਹੜੀ ਜਮਾਲ ਖਸ਼ੋਗੀ ਦੀ ਹੱਤਿਆ ਹੋਈ ਹੈ, ਜਿਹੜਾ ਉਹਦੀ ਕਹਿ ਸਕਦੇ ਹੋ ਕਿ ਉਹਨੂੰ ਕਤਲ ਕੀਤਾ ਗਿਆ, ਉਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਜਿਹੜੀ ਹੈ ਇਜ਼ਰਾਈਲ ਦੀ ਇਸ ਕੰਪਨੀ ਪੈਗਾਸਸ ਵੱਲੋਂ ਬਣਾਏ ਗਏ ਸੌਫਟਵੇਅਰ ਦੀ ਸੀ, ਕਿਉਂਕਿ ਇਹਦੇ ਰਾਹੀਂ ਉਸ ਦੀ ਫੋਨ ਦੀ ਲੋਕੇਸ਼ਨ, ਉਹ ਕਿਸ ਜਗ੍ਹਾ ਤੇ ਹੈ, ਕਿਸ ਨਾਲ ਹੈ, ਕੀ ਕਰ ਰਿਹਾ ਹੈ, ਭਾਵ ਕਿ ਉਹਦੀ ਸਾਰੀ ਜਿਹੜੀ ਜਾਣਕਾਰੀ ਸੀ ਉਹ ਇਹਦੇ ਰਾਹੀਂ ਹੀ ਲਈ ਗਈ। ਉਸ ਤੋਂ ਬਾਅਦ ਦਸੰਬਰ 2020 ਦੇ ਵਿੱਚ ਬਹੁਤ ਹੀ ਮਸ਼ਹੂਰ ਚੈਨਲ ਅਲ ਜਜ਼ੀਰਾ ਦਾ ਇੱਕ ਪ੍ਰੋਗਰਾਮ ਸੀ ਦ ਟਿਪ ਆਫ ਦ ਆਈਸਬਰਗ। ਉਹਦੇ ਵਿੱਚ ਇਹ ਗੱਲ ਬੜੀ ਖੁੱਲ੍ਹ ਕੇ ਸਾਹਮਣੇ ਆਈ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਪੈਗਾਸਸ ਸੌਫਟਵੇਅਰ ਹੈ, ਉਹਦੀ ਇੰਨੀ ਸਮਰੱਥਾ ਹੈ ਕਿ ਉਹਦੀ 0 ਕਲਿੱਕ ਇੰਸਟਾਲੇਸ਼ਨ ਹੈ। ਇਹੀ ਗੱਲ ਦਾ ਗਾਰਡੀਅਨ ਅਖਬਾਰ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਇਹ ਜਿਹੜਾ ਸੌਫਟਵੇਅਰ ਹੈ ਇਹਦੀ 0 ਕਲਿੱਕ ਇੰਸਟਾਲੇਸ਼ਨ ਹੈ। 0 ਕਲਿੱਕ ਇੰਸਟਾਲੇਸ਼ਨ ਦਾ ਮਤਲਬ ਕਿ ਤੁਹਾਨੂੰ ਆਪਣੇ ਫੋਨ ਨੂੰ ਕੁਝ ਵੀ ਆਏ ਹੋਏ ਮੈਸੇਜ ਦੇ ਉੱਪਰ ਕਲਿੱਕ ਕਰਨ ਦੀ ਲੋੜ ਨਹੀਂ। ਜਿਹੜਾ ਇਸ ਸੌਫਟਵੇਅਰ ਨੂੰ ਵਰਤ ਰਿਹਾ ਹੈ, ਕਿਉਂਕਿ 2019 ਦੇ ਵਿੱਚ WhatsApp ਤੇ ਇਸ ਦੀ ਮਾਂ ਜਥੇਬੰਦੀ Facebook, ਇਹਨਾਂ ਦੇ ਵੱਲੋਂ ਅਮਰੀਕਾ ਦੀ ਵਿੱਚ ਇੱਕ ਅਦਾਲਤ ਦੇ ਵਿੱਚ ਪੈਗਾਸਸ ਨੂੰ ਸੂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਕੰਪਿਊਟਰ ਫਰਾਡ ਜਿਹੜਾ ਇਸ ਨੂੰ ਗਿਣਿਆ ਜਾਵੇਗਾ ਕਿ ਇਹ ਕੰਪਿਊਟਰ ਫਰਾਡ ਅਬਿਊਜ਼ ਐਕਟ ਦੇ ਅੰਡਰ ਆਉਂਦਾ ਹੈ। ਲੋਕਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਉਹਨਾਂ ਨੂੰ ਦੱਸਣ ਤੋਂ ਬਿਨਾਂ, ਇਸ ਕਰਕੇ ਇਹ ਜਿਹੜਾ ਹੈ ਇਹ ਸੌਫਟਵੇਅਰ ਜਿਹੜਾ ਇੱਥੇ ਪਾਬੰਦੀ ਵੀ ਲਾਈ ਜਾਵੇ ਜਾਂ ਫਿਰ ਜਿਹੜੀ ਸਾਡੀ ਕੰਪਨੀ ਨੂੰ ਹਰਜਾਨਾ ਦਿੱਤਾ ਜਾਵੇ। ਉਹਦੇ ਜਵਾਬ ਦੇ ਵਿੱਚ ਪੈਗਾਸਸ ਨੇ ਇਹ ਗੱਲ ਕਹੀ ਸੀ ਕਿ ਇਹ ਸਰਕਾਰ ਦੇ ਵੱਲੋਂ ਅਧਿਕਾਰਤ ਹੈ ਤੇ ਅਸੀਂ ਆਮ ਲੋਕਾਂ ਨੂੰ ਨਹੀਂ ਬਲਕਿ ਸਰਕਾਰਾਂ ਨੂੰ ਹੀ ਸਰਕਾਰ ਦੀ ਆਗਿਆ ਦੇ ਨਾਲ ਵੇਚਦੇ ਆ ਤੇ ਉਹਨਾਂ ਸਰਕਾਰਾਂ ਨੂੰ ਵੇਚਦੇ ਆ ਜਿਹੜੀਆਂ ਸਰਕਾਰਾਂ
ਆਪਣੇ ਦੇਸ਼ ਦੇ ਵਿੱਚ ਅੱਤਵਾਦ ਦਾ ਜਾਂ ਦੇਸ਼ ਵਿਰੋਧੀ ਤੱਤਾਂ ਦਾ ਖਤਰਾ ਮਹਿਸੂਸ ਕਰਦੀਆਂ ਨੇ। ਇਹ ਉਹਨਾਂ ਸਰਕਾਰਾਂ ਨੂੰ ਸੌਫਟਵੇਅਰ ਜਿਹੜਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਸਰਕਾਰਾਂ ਜਿਹੜੀਆਂ ਨੇ ਆਪਣੇ ਆਪ ਨੂੰ ਅੱਤਵਾਦ ਤੋਂ ਜਾਂ ਫਿਰ ਆਪਣੇ ਆਪ ਨੂੰ ਉਹਨਾਂ ਸਰਕਾਰੀ ਵਿਰੋਧੀ ਜਿਹੜੇ ਦਹਿਸ਼ਤਗਰਦੀ ਤੱਤ ਨੇ ਉਹਨਾਂ ਤੋਂ ਸੁਰੱਖਿਅਤ ਰੱਖ ਸਕਣ। ਸੋ ਇਹ ਗੱਲ ਪੈਗਾਸਸ ਦੇ ਵੱਲੋਂ ਜਿਹੜੀ ਸੀ ਉਹ ਕਹੀ ਗਈ। ਸੋ ਜਿਹੜੀ ਮੈਂ ਰਿਪੋਰਟ ਦੀ ਗੱਲ ਕਰ ਰਿਹਾ ਸੀਗਾ ਅਲ ਜਜ਼ੀਰਾ ਦੀ, ਅਲ ਜਜ਼ੀਰਾ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਦੀ ਜ਼ੀਰੋ ਕਲਿੱਕ ਇੰਸਟਾਲੇਸ਼ਨ ਹੈ। ਜ਼ੀਰੋ ਕਲਿੱਕ ਇੰਸਟਾਲੇਸ਼ਨ ਦਾ ਮਤਲਬ ਹੈ ਕਿ ਤੁਹਾਡੇ ਫੋਨ ਦੇ ਉੱਪਰ ਇੱਕ ਕਾਲ ਆਵੇਗੀ, ਤੁਸੀਂ ਉਹ ਕਾਲ ਰਿਸੀਵ ਕਰੋ ਜਾਂ ਕਾਲ ਰਿਸੀਵ ਨਾ ਕਰੋ। ਤੁਹਾਡੇ ਫੋਨ ਦੇ ਉੱਪਰ ਮੈਸੇਜ ਆਵੇਗਾ, ਤੁਸੀਂ ਉਸ ਨੂੰ ਵੇਖੋ ਜਾਂ ਨਾ ਵੇਖੋ। ਪਰ ਜਦੋਂ ਤੁਹਾਡੇ ਫੋਨ ਦੇ ਉੱਪਰ ਕਾਲ ਆ ਗਈ ਜਾਂ ਮੈਸੇਜ ਆ ਗਿਆ, ਤੁਸੀਂ ਰਿਸੀਵ ਕਰੋ ਜਾਂ ਨਾ ਕਰੋ, ਉਸ ਕਾਲ ਦਾ ਆਉਣ ਦਾ ਹੀ ਮਤਲਬ ਹੈ ਕਿ ਇਸ ਸੌਫਟਵੇਅਰ ਨੇ ਤੁਹਾਡੇ ਫੋਨ ਦੇ ਉੱਪਰ ਕਬਜ਼ਾ ਕਰ ਲਿਆ, ਜਿਸ ਨੂੰ ਜ਼ੀਰੋ ਕਲਿੱਕ ਇੰਸਟਾਲੇਸ਼ਨ ਕਿਹਾ ਜਾਂਦਾ ਹੈ। ਸੋ ਸਰਕਾਰ ਦੇ ਵਾਸਤੇ ਗਾਰਡੀਅਨ ਨੇ ਤਾਂ ਇੱਕ ਹੋਰ ਵੀ ਬੜੀ ਵੱਡੀ ਗੱਲ ਜਿਹੜੀ ਨਸ਼ਰ ਕੀਤੀ ਹੈ ਕਿ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਦੇ ਵੱਲੋਂ ਆਪਣੀ ਸੌਫਟਵੇਅਰ ਲੈਬ ਦੇ ਵਿੱਚ ਜਿਹੜੇ ਨੰਬਰ ਤੇ ਜਿਹੜੇ ਲੋਕਾਂ ਦੇ ਨਾਮ ਪ੍ਰਕਾਸ਼ਿਤ ਕੀਤੇ ਨੇ, ਜਿਹੜੇ ਹੁਣ ਅਖਬਾਰਾਂ ਦੇ ਵਿੱਚ ਦਾ ਵਾਇਰ ਦੇ ਵੱਲੋਂ ਪ੍ਰਕਾਸ਼ਿਤ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਦੋ, ਹੁਣ ਮੈਂ ਇੱਕ ਸ਼ਬਦ ਵਰਤਾਂਗਾ, ਸੁਹਿਰਦ ਸੱਜਣਾ ਦੇ ਨਾਮ ਨੇ, ਸਰਦਾਰ ਜਸਪਾਲ ਸਿੰਘ ਹੇਰਾ ਤੇ ਭੁਪਿੰਦਰ ਸਿੰਘ ਸੱਜਣ। ਉਹਨਾਂ ਦੇ ਚ ਉਹਨਾਂ ਕਿ ਕੇਵਲ ਇਹ ਹੀ ਨਹੀਂ ਬਲਕਿ ਤਿੱਬਤ ਦਾ ਜਲਾਵਤਨ ਆਗੂ ਦਲਾਈ ਲਾਮਾ ਜਿਹੜਾ ਰਾਜਸੀ ਸ਼ਰਨ ਲੈ ਕੇ ਭਾਰਤ ਵਿੱਚ ਰਹਿ ਰਿਹਾ ਹੈ, ਉਸ ਦੇ ਜਿਹੜੇ ਆਲੇ ਦੁਆਲੇ ਦੇ ਸਾਥੀ ਨੇ, ਉਹਨਾਂ ਦੇ ਜਿਹੜੇ ਫੋਨ ਨੇ, ਉਹਨਾਂ ਦੇ ਵਿੱਚ ਵੀ ਇਹ ਸੌਫਟਵੇਅਰ ਦੇ ਰਾਹੀਂ ਜਸੂਸੀ ਕੀਤੀ ਗਈ। ਭਾਵੇਂ ਕਿ ਪੈਗਾਸਸ ਕੰਪਨੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜਿਹੜੇ ਦੋਸ਼ ਨੇ ਇਹ ਨਿਰਮੂਲ ਨੇ, ਪਰ ਇਹਦੇ ਪਿੱਛੇ ਦਾ ਗਾਰਡੀਅਨ ਅਖਬਾਰ ਨੇ ਕਾਫੀ ਵੱਡੀ ਰਿਪੋਰਟ ਜਿਹੜੀ ਹੈ ਉਹ ਪ੍ਰਕਾਸ਼ਿਤ ਕੀਤੀ ਹੈ। ਉਹਨਾਂ ਦੇ ਅਨੁਸਾਰ ਕਿਸੇ ਸਮੇਂ, ਅੱਜ ਤੋਂ ਕੁਝ ਸਮਾਂ ਪਹਿਲਾਂ, ਦਲਾਈ ਲਾਮਾ ਨੇ ਇੱਕ ਬਿਆਨ ਦਿੱਤਾ ਸੀ ਕਿ ਚੀਨ ਦੇ ਵਿੱਚ ਜਿਹੜੇ ਕੁਝ ਪੁਰਾਣੇ ਨੇਤਾ ਤੇ ਕੁਝ ਪੁਰਾਣੇ ਬਿਊਰੋਕਰੇਟਸ ਨੇ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹਨਾਂ ਦੇ ਨਾਲ ਮੇਰੇ ਚੰਗੇ ਸਬੰਧ ਨੇ ਤੇ ਉਹ ਮੇਰੇ ਰਾਬਤੇ ਦੇ ਵਿੱਚ ਨੇ। ਸੋ ਚੀਨ ਦੀ ਤੇ ਭਾਰਤ ਦੇ ਜੋ ਆਪਸ ਦੇ ਵਿੱਚ ਵਿਗੜੇ ਹੋਏ ਸਬੰਧ ਨੇ, ਇਹਨਾਂ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਦਲਾਈ ਲਾਮਾ ਇਸ ਵੇਲੇ ਬਜ਼ੁਰਗ ਹੈ ਤੇ ਅਮਰੀਕਾ ਸਰਕਾਰ ਨੇ ਪਿੱਛੇ ਜੇ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਦਲਾਈ ਲਾਮਾ, ਭਾਵ ਕਿ ਜਿਹੜੇ ਬਜ਼ੁਰਗ ਆਗੂ ਨੇ ਬੋਧੀ, ਜੇ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹਦੇ ਤੋਂ ਬਾਅਦ ਜਿਹੜਾ ਅਗਲਾ ਗੱਦੀ ਨਸ਼ੀਨ ਹੋਵੇਗਾ ਦਲਾਈ ਲਾਮਾ, ਉਹਦੇ ਵਿੱਚ ਕੋਈ ਵੀ ਦੇਸ਼ ਜਿਹੜਾ ਉਹ ਕੋਈ ਦਬਾਅ ਪੈਦਾ ਨਹੀਂ ਕਰੇਗਾ। ਸੋ ਭਾਰਤੀ ਸਰਕਾਰ ਸਮਝਦੀ ਹੈ ਕਿ ਜੇਕਰ ਦਲਾਈ ਲਾਮਾ ਦੇ ਚੀਨ ਦੇ ਵਿੱਚ ਸਬੰਧ ਨੇ ਤੇ ਕਿਤੇ ਇਹ ਨਾ ਹੋਵੇ ਕਿ ਇਹ ਜਾਂ ਇਹਨਾਂ ਤੋਂ ਬਾਅਦ ਆਉਣ ਵਾਲਾ ਜਿਹੜਾ ਦਲਾਈ ਲਾਮਾ ਉਹ ਦੇਸ਼ ਦੀ ਸੁਰੱਖਿਆ ਦੇ ਵਾਸਤੇ ਚੀਨ ਨਾਲ ਮਿਲ ਕੇ ਕੋਈ ਖਤਰਾ ਪੈਦਾ ਕਰੇ। ਸੋ ਇਹ ਇੱਕ ਸ਼ੰਕਾ ਇਹਨਾਂ ਦੇ ਵੱਲੋਂ ਜ਼ਾਹਿਰ ਜਿਹੜਾ ਉਹ ਕੀਤਾ ਜਾ ਸਕਦਾ। ਸੋ ਮੇਰਾ ਕਹਿਣ ਤੋਂ ਭਾਵ ਸੀ ਕਿ ਸਰਕਾਰਾਂ ਜਿਹੜੀਆਂ ਨੇ, ਜਿੱਥੋਂ ਮੈਂ ਆਰੰਭ ਤੋਂ ਗੱਲ ਕੀਤੀ ਸੀ ਕਿ ਬਿਊਰੋਕ੍ਰੇਸੀ ਦੇ ਵਿੱਚ ਜਦੋਂ ਇੱਕ ਖਾਸ ਵਿਚਾਰਧਾਰਾ ਦੇ ਲੋਕ ਵੀ ਆ ਜਾਂਦੇ ਨੇ ਤੇ ਸਰਕਾਰਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੇ ਨਾਲ ਇਹ ਸੌਫਟਵੇਅਰ ਜਿਹੜੇ ਨੇ ਉਹ ਵਰਤਦੀਆਂ ਨੇ। ਔਰ ਅਜੇ ਤੇ ਦੋ ਨਾਂ ਸਾਹਮਣੇ ਆਏ ਨੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਨਾਮ ਜਿਹੜੇ ਨੇ ਉਹ ਸਾਹਮਣੇ ਆ ਜਾਣ, ਪਰ ਫਿਲਹਾਲ ਮੇਰਾ ਦੱਸਣ ਤੋਂ ਤੁਹਾਡੇ ਨਾਲ ਜਾਂ ਗੱਲਬਾਤ ਕਰਨ ਦਾ ਜਿਹੜਾ ਮੇਰਾ ਮਕਸਦ ਸੀ ਉਹ ਇਹੀ ਸੀ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਪੈਗਾਸਸ ਕੀ ਹੈ, ਇਹ ਕੰਮ ਕਿਵੇਂ ਕਰਦਾ ਹੈ, ਇਹਦੇ ਮਾਲਕ ਕੌਣ ਨੇ, ਸਰਕਾਰਾਂ ਕਿਵੇਂ ਖਰੀਦਦੀਆਂ ਨੇ ਤੇ ਕਿਸ ਸਰਕਾਰ ਦੀ ਇਜਾਜ਼ਤ ਦੇ ਨਾਲ ਇਸ ਨੂੰ ਵੇਚਿਆ ਜਾ ਸਕਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।